ਮੁਕੰਮਲ ਜਿੱਤ ਵੱਲ ਵਧ ਰਹੇ ਕਿਸਾਨੀ ਅੰਦੋਲਨ ਨੂੰ ਆਖਰ ਕੌਣ ਲੋਕ ਅਧੂਰੀ ਜਿੱਤ ਵੱਲ ਮੋੜ ਰਹੇ ਨੇ। ਰਾਜੇਵਾਲ ਦੀ ਫੋਨ ਤੇ ਮੇਰੇ ਸਾਹਮਣੇ ਗੱਲ ਹੋਈ ਆ, ਮੈਂ ਗਵਾਹ ਹਾਂ ਇਸ ਗੱਲ ਦਾ। ਉਸ ਤੋਂ ਬਾਅਦ ਹੀ ਇਹ ਤੈਅ ਹੋ ਗਿਆ ਸੀ ਜੇ ਹੁਣ ਰੱਦ ਕਰਵਾਏ ਬਿਨਾ ਮੁੜੇ ਤਾਂ ਅੱਗੇ ਜਾ ਕੇ ਸਾਹਮਣਾ ਕਰਨਾ ਲੋਕਾਂ ਦਾ ਬੜਾ ਔਖਾ ਹੈ। ਨੌਜਵਾਨਾਂ ਨੇ ਖਾਸ ਕਰਕੇ ਛੱਡਣਾ ਨਹੀਂ, ਹੋ ਸਕਦਾ ਹੈ ਕਿ ਜੁੱਤੀਆਂ ਲੈ ਕੇ ਵੀ ਪਿੱਛੇ ਪੈ ਜਾਣ। ਉਦਣ ਜਿਹੜੀ ਚੜ੍ਹਤ ਸੀਗੀ ਖਾਲਸਾ ਫੌਜ ਦੀ, ਉਦਣ ਜੇ ਡੋਗਰੇ ਗਦਾਰੀ ਨਾ ਕਰਦੇ, ਜਿਹੜੇ ਜਰਨੈਲ ਸੀਗੇ ਉਸ ਖਾਲਸਾ ਫੌਜ ਦੇ, ਜੇ ਮਿਸ਼ਰੇ ਜਰਨੈਲ ਜਿਹੜੇ ਤੇਜਾ ਸਿੰਘ ਹੋਣੀ ਉਹ ਗਦਾਰੀ ਨਾ ਕਰਦੇ ਤੇ ਅੰਗਰੇਜ਼ ਢਾਰ ਕੇ ਭੱਜ ਗਏ ਸੀਗੇ। ਫਿਰ ਸਾਡੇ ਇਤਿਹਾਸ ਦੇ ਵਿੱਚ ਇਹ ਵੀ ਦਰਜ ਹੈ ਵੀ ਜਿਹੜੇ ਜਰਨੈਲ ਫੌਜਾਂ ਨੂੰ ਬਾਰਡਰਾਂ ਤੇ ਲੜਦੀਆਂ ਛੱਡ ਕੇ ਘਰੇ ਪਰਤ ਆਉਂਦੇ ਨਾ, ਉਹਨਾਂ ਨੂੰ ਉਹਨਾਂ ਦੀਆਂ ਤੀਵੀਆਂ ਘਰੇ ਨਹੀਂ ਵੜਨ ਦਿੰਦੀਆਂ। ਮੁਕੰਮਲ ਜਿੱਤ ਵੱਲ ਵਧ ਰਹੇ ਕਿਸਾਨੀ ਅੰਦੋਲਨ ਨੂੰ ਆਖਰ ਕੌਣ ਲੋਕ ਅਧੂਰੀ ਜਿੱਤ ਵੱਲ ਮੋੜ ਰਹੇ ਨੇ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਜ਼ਿਆਦਾ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦੇ ਸਰਪ੍ਰਸਤ ਬਾਪੂ ਹਰਦੀਪ ਸਿੰਘ ਡਿਬਡਿਬਾ ਜੀ ਤੇ ਨਾਲ ਹੀ ਕਾਰਜਕਾਰੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਪ੍ਰਭਜੋਤ ਸਿੰਘ ਜੀ। ਬਾਪੂ ਜੀ, ਅੱਜ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਹੈ, ਸਿੱਧੇ ਤੌਰ ਤੇ ਤੁਸੀਂ ਪਹਿਲੀ ਹੀ ਲਾਈਨ ਲਿਖੀ ਹੈ ਅਧੂਰੀ ਜਿੱਤ ਵਰਗਾ ਸਮਝੌਤਾ ਹੋਣ ਦੀ ਸੂਰਤ ਵਿੱਚ ਅੰਦੋਲਨਕਾਰੀਆਂ ਨੂੰ ਦਿੱਲੀ ਅੰਦੋਲਨ ਵਿੱਚ ਡਟੇ ਰਹਿਣ ਦਾ ਸੱਦਾ। ਇਹ ਨੌਬਤ ਕਿਉਂ ਆਈ ਜਾਂ ਤੁਹਾਨੂੰ ਅਜਿਹਾ ਖਦਸ਼ਾ ਕਿਉਂ ਹੈ ਬਈ ਅਧੂਰੀ ਜਿੱਤ ਹੀ ਮਿਲੇਗੀ? ਕਿਉਂਕਿ ਇੰਡੀਕੇਸ਼ਨ ਤਾਂ ਬਹੁਤ ਸ਼ੁਰੂ ਤੋਂ ਹੀ ਆਉਣੇ ਸ਼ੁਰੂ ਹੋ ਗਏ ਸੀਗੇ ਕਿ ਕਿਸੇ ਇੱਕ ਖਾਸ ਗਰੁੱਪ ਦੇ ਉੱਤੇ ਔਰ ਇੱਕ ਖਾਸ ਚਿਹਰੇ ਦੇ ਉੱਤੇ ਸਰਕਾਰ ਦੀ ਨਜ਼ਰੇ ਇਨਾਇਤ ਹੈ। ਇਹ ਸ਼ੁਰੂ ਤੋਂ ਹੀ ਸੀਗਾ। ਪਰ ਹੌਲੀ ਹੌਲੀ ਕਿਉਂਕਿ ਮੈਂ ਜਿਵੇਂ ਮੈਂ ਤੁਹਾਨੂੰ ਪਤਾ ਮੈਂ ਰਾਈਟਰ ਹਾਂ ਔਰ ਮੈਂ ਪਿਛਲੇ ਅੰਦੋਲਨਾਂ ਦੇ ਵਿੱਚ ਵੀ ਅੰਦੋਲਨ ਹੀ ਕਵਰ ਕੀਤੇ ਨੇ। ਇਹਨੂੰ ਮੈਂ ਐਵੇਂ ਹੀ ਦੇਖ ਰਿਹਾ ਸੀ, ਐਵੇਂ ਹੀ ਕਵਰ ਕਰ ਰਿਹਾ ਸੀ। ਮੇਰਾ ਸਭ ਤੋਂ ਪਹਿਲਾ ਸ਼ੱਕ ਜਿਹੜਾ ਗਿਆ ਸੀਗਾ ਉਹ ਦਸੰਬਰ ਦੇ ਪਹਿਲੇ ਹਫ਼ਤੇ 'ਚ ਹੀ ਭਾਈ ਜਸਵੀਰ ਸਿੰਘ ਰੋਡੇ ਦੀ ਮੌਜੂਦਗੀ ਤੋਂ ਗਿਆ ਸੀ। ਵੀ ਭਾਈ ਜਸਵੀਰ ਸਿੰਘ ਰੋਡੇ ਦੀ ਸਟੇਜ 'ਤੇ ਜਿਹੜੀ ਮੌਜੂਦਗੀ ਸੀਗੀ ਉਸ ਤੋਂ ਮੈਨੂੰ ਇੰਝ ਲੱਗਦਾ ਸੀ ਵੀ ਕਿਤੇ ਨਾ ਕਿਤੇ ਜਿਹੜਾ ਹੈ ਅੰਦੋਲਨ ਮੈਨੇਜ ਹੋ ਰਿਹਾ। ਔਰ ਹੌਲੀ ਹੌਲੀ ਚੀਜ਼ਾਂ ਨਿਖਰਦੀਆਂ ਗਈਆਂ ਔਰ ਜਿਵੇਂ ਫਿਰ ਉਦੋਂ ਬਾਅਦ ਹੋਰ ਸ਼ੱਕ ਉਦੋਂ ਪੁਖਤਾ ਹੋਇਆ ਜਦੋਂ ਨਵਰੀਤ ਦੀ ਸ਼ਹਾਦਤ ਤੋਂ ਬਾਅਦ ਰਾਜੇਵਾਲ ਦਾ ਜਿਹੜੀ ਅਪਰੋਚ ਸੀਗੀ, ਉਹਦੇ ਤੋਂ ਬਾਅਦ ਫਿਰ ਮੈਨੂੰ ਐਵੇਂ ਲੱਗਿਆ ਕਿ ਰਾਜੇਵਾਲ ਦੇ ਥਰੂ ਨਵਰੀਤ ਦੀ ਸ਼ਹਾਦਤ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ। ਵੀ ਕਿਉਂਕਿ ਇਹ ਸਿੱਧੀ ਸਰਕਾਰ ਦੇ ਮੱਥੇ ਮੜੀ ਗਈ ਜਾਂਦੀ ਹੈ ਇਹ ਸ਼ਹਾਦਤ, ਅਤੇ ਇਸ ਨੂੰ ਰੋਕਣਾ ਕਿਵੇਂ ਆ ਔਰ ਇਸ ਨੂੰ ਡਾਇਲਿਊਟ ਕਿਵੇਂ ਕਰਨਾ, ਉਸ ਨੂੰ ਡਿਲਿਊਟ ਕਰਨ ਲਈ, ਉਸ ਦੀ ਸ਼ਹਾਦਤ ਨੂੰ ਮੱਧਮ ਪਾਉਣ ਲਈ ਰਾਜੇਵਾਲ ਨੂੰ ਹੀ ਇਸਤੇਮਾਲ ਕੀਤਾ ਜਾ ਰਿਹਾ ਸੀ। ਕਿਉਂਕਿ ਰਾਜੇਵਾਲ ਸਾਹਿਬ ਦੀ ਜਿਹੜੀ 6 ਦਿਨ ਬਾਅਦ ਦੀ ਸਟੇਟਮੈਂਟ ਸੀਗੀ ਵੀ ਮੇਰੀ ਜਾਣਕਾਰੀ 'ਚ ਹੀ ਨਹੀਂ ਹੈਗਾ ਕੋਈ ਉੱਥੇ ਨੌਜਵਾਨ ਸ਼ਹੀਦ ਹੋਇਆ, ਔਰ ਉਸ ਤੋਂ ਬਾਅਦ ਲਗਾਤਾਰ ਇਸ ਗੱਲ ਤੋਂ ਮਤਲਬ ਦੂਰੀ ਬਣਾ ਕੇ ਰੱਖਣੀ ਵੀ ਸਟੇਜ ਦੇ ਉੱਤੋਂ ਨਵਰੀਤ ਦੀ ਸ਼ਹਾਦਤ ਨੂੰ ਮਾਨ ਸਨਮਾਨ ਵੀ ਨਹੀਂ ਨਾ ਦੇਣਾ, ਉਹਦੀ ਸ਼ਹਾਦਤ ਨੂੰ ਮਾਨਤਾ ਵੀ ਨਹੀਂ ਦੇਣੀ। ਸਟੇਜ ਦਾ ਤਾਂ ਪਤਾ ਨਹੀਂ, ਲੇਕਿਨ ਫੇਸਬੁੱਕ ਤੇ ਮੈਂ ਪਿਛਲੀ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੈਂ ਚੈੱਕ ਕੀਤਾ ਉਹਨਾਂ ਦਾ ਫੇਸਬੁੱਕ ਪੇਜ, ਉੱਥੇ ਉਹਨਾਂ ਨੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਮੇਰੇ ਖਿਆਲ 'ਚ ਨਵਰੀਤ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਤੇ ਸ਼ਰਧਾਂਜਲੀ ਵੀ ਦਿੱਤੀ ਹੈ। ਉਹਦੇ 'ਚ ਇੱਕ ਦਬਾਅ ਬਣਿਆ ਸੀਗਾ ਮੋਰਚੇ ਦੇ ਵਿੱਚੋਂ ਨੌਜਵਾਨਾਂ ਦਾ ਵੀ ਨਵਰੀਤ ਨੂੰ ਸ਼ਹਾਦਤ ਕਿਉਂ ਨਹੀਂ ਮੰਨਿਆ ਗਿਆ। ਉਹਨਾਂ ਨੇ ਇੱਕ ਉੱਥੇ ਮਾਰਚ ਵੀ ਕੀਤਾ ਸੀ, ਸ਼ਾਇਦ ਉਸ ਮਾਰਚ ਤੋਂ ਬਾਅਦ ਦੀ ਉਹ ਸਟੇਟਮੈਂਟ ਹੋਵੇ। ਔਰ ਜਿਵੇਂ ਇੱਕ 13 ਫਰਵਰੀ ਨੂੰ ਮਾਰਚ ਅਸੀਂ ਡਿਬਡਿਬੇ ਤੋਂ ਗਾਜ਼ੀਪੁਰ ਬਾਰਡਰ ਤੱਕ ਕੀਤਾ, ਹੋ ਸਕਦਾ ਉਸ ਮਾਰਚ ਤੋਂ ਬਾਅਦ ਦੀ ਸਟੇਟਮੈਂਟ ਹੋਵੇ। ਅਤੇ ਬਾਕੀ ਜਿਹੜੀ ਕੁੱਲ ਮਿਲਾ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਹੁਣ ਜਿਵੇਂ 26 ਜੁਲਾਈ ਨੂੰ ਨਵਰੀਤ ਦੀ ਸ਼ਹਾਦਤ ਨੂੰ 6 ਮਹੀਨੇ ਹੋ ਗਏ ਸੀਗੇ, ਉਸ ਨੂੰ ਸਾਡੀ ਜਥੇਬੰਦੀ ਵੱਲੋਂ ਇਹਨਾਂ ਨੌਜਵਾਨਾਂ ਦੀ ਇੱਛਾ ਸੀ ਕਿ ਅਸੀਂ ਨਵਰੀਤ ਨੂੰ ਸ਼ਰਧਾਂਜਲੀ ਦੀ 6 ਮਹੀਨੇ ਹੋਣ 'ਤੇ ਬਾਕੀ ਦੇ ਸ਼ਹੀਦਾਂ ਨੂੰ ਵੀ ਅਸੀਂ ਸ਼ਰਧਾਂਜਲੀ ਲਈਏ। ਔਰ ਉਸ ਦਾ ਜਵਾਬ ਜਿਸ ਤਰ੍ਹਾਂ ਦਾ ਰੁੱਖਾ ਸੀਗਾ ਰਾਜੇਵਾਲ ਦਾ, ਉਸ ਤੋਂ ਉਹਦੀ ਅਪਰੋਚ ਸਪਸ਼ਟ ਨਜ਼ਰ ਆਉਂਦੀ ਸੀਗੀ ਵੀ ਨਵਰੀਤ ਦੀ ਸ਼ਹਾਦਤ ਨੂੰ ਜਿਹੜੀ ਇਹਦੀ ਪਹਿਲੇ ਦਿਨ ਵਾਲੀ ਅਪਰੋਚ ਆ ਅੱਜ ਵੀ ਉੱਥੇ ਹੀ ਖੜਾ। ਬਾਪੂ ਜੀ, ਅਧੂਰੀ ਜਿੱਤ ਦਾ ਮਤਲਬ ਕੀ ਸਮਝੀਏ ਅਸੀਂ? ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਬਈ ਇਸ ਮੋਰਚੇ ਨੂੰ ਜੇ ਅਧੂਰੀ ਜਿੱਤ ਮਿਲੀ ਤਾਂ ਅੰਦੋਲਨਕਾਰੀ ਬੈਠੇ ਹੀ ਰਹਿਣ, ਅੰਦੋਲਨ ਛੱਡ ਕੇ ਨਾ ਜਾਣ, ਅਧੂਰੀ ਜਿੱਤ ਦਾ ਕੀ ਮਤਲਬ ਹੈ? ਦੇਖੋ, ਬਾਕੀ ਦੇ ਸੰਕੇਤਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰ ਵੀ ਦਈਏ। ਜਿਹੜੀ ਰਾਜੇਵਾਲ ਸਾਹਿਬ ਨੇ 32 ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਵਾਈ ਆ ਆਪਣੇ ਖਾਸ ਬੰਦੇ ਤੋਂ, ਇਹ ਕਹਿ ਕੇ ਕਿ ਸਰਕਾਰ ਦਾ ਫੋਨ ਆਇਆ ਰਾਜੇਵਾਲ ਸਾਹਿਬ ਨੂੰ
ਵੀ ਇਹਨਾਂ ਗੱਲਾਂ ਤੇ ਸਮਝੌਤਾ ਹੋ ਸਕਦਾ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 2 ਕਾਨੂੰਨ ਰੱਦ ਹੋ ਸਕਦੇ ਆ, 1 ਕਾਨੂੰਨ 'ਚ ਅਮੈਂਡਮੈਂਟ ਹੋ ਸਕਦੀ ਆ, ਔਰ ਜਿਹੜੀ ਇਹ ਹੈਗੀ ਆ MSP ਆ ਇਹਦੇ 'ਤੇ ਕਮੇਟੀ ਬਣਾਈ ਜਾ ਸਕਦੀ ਹੈ ਜਾਂ ਇਹਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ। ਤੁਸੀਂ ਇਹਦੇ 'ਤੇ ਤੁਹਾਡੀ ਕੀ ਰਾਏ ਆ? ਉਹਨਾਂ 32 ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਇਹਦਾ ਉਹਨਾਂ ਨੂੰ ਇਹ ਸਰਵੇ ਕਰਵਾਇਆ। ਔਰ ਜਿਹੜਾ ਬੰਦਾ ਮੈਸੇਂਜਰ ਆ ਇਹ ਰਾਜੇਵਾਲ ਦਾ ਸੁਨੇਹਾ ਲੈ ਕੇ ਆਉਂਦਾ, ਉਹ ਇੱਕ ਗੱਲ ਨਾਲ ਕਹਿੰਦਾ ਵੀ ਰਾਜੇਵਾਲ ਦੀ ਫੋਨ ਤੇ ਮੇਰੇ ਸਾਹਮਣੇ ਗੱਲ ਹੋਈ ਆ, ਮੈਂ ਗਵਾਹ ਇਸ ਗੱਲ ਦਾ। ਚਲੋ ਮੰਨ ਲਓ ਫੋਨ ਤੇ ਇੱਕ ਨਾ ਹੀ ਗੱਲ ਹੋਣੀ ਹੁੰਦੀ ਆ, ਰਾਜੇਵਾਲ ਦੇ ਫੋਨ ਤੇ ਗੱਲ ਹੋਣ ਤੋਂ ਬਾਅਦ ਇਹ ਗੱਲ ਜਾਣੀ ਚਾਹੀਦੀ ਸੀ ਸੰਯੁਕਤ ਮੋਰਚਾ ਦੀ ਕਮੇਟੀ 'ਚ। ਕਮੇਟੀ ਵੱਲੋਂ ਇਹ ਮੈਸੇਜ ਆਉਣਾ ਚਾਹੀਦਾ ਸੀਗਾ ਵੀ ਸਾਡੇ ਕੋਲੇ ਸਰਕਾਰ ਦਾ ਆ ਮੈਸੇਜ ਆ, ਆਪਾਂ ਕਿਵੇਂ ਕਰਨਾ ਹੈ। ਕਿ ਆਪ ਦਾ ਫੋਨ ਆਇਆ ਹੀ ਨਾ ਹੋਵੇ। ਜਿਹੜਾ ਉਹ ਕਹਿੰਦਾ ਕਿ ਮੇਰੇ ਸਾਹਮਣੇ ਆਇਆ, ਉਹ ਵੀ ਇੱਕ ਕਮੇਟੀ ਦਾ ਪ੍ਰਧਾਨ ਆ, ਐਵੇਂ ਕਿਵੇਂ ਦਾ ਬੰਦਾ ਥੋੜੀ ਉਹ ਜਿਹੜਾ ਉਹ ਮੈਸੇਜ ਲੈ ਕੇ ਆ ਗਿਆ ਦੂਸਰੀਆਂ ਜਥੇਬੰਦੀਆਂ ਕੋਲ। ਉਹ ਕਹਿੰਦਾ ਮੈਂ ਗਵਾਹ ਇਸ ਗੱਲ ਦਾ, ਮੇਰੇ ਸਾਹਮਣੇ ਰਾਜੇਵਾਲ ਸਾਹਿਬ ਨੂੰ ਫੋਨ ਆਇਆ ਵੀ ਉਹ ਆ ਇੱਥੇ ਆਪਣਾ ਸਰਕਾਰ ਨੇ। ਲੇਕਿਨ ਬਾਪੂ ਜੀ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਪਹਿਲਾਂ ਹੀ ਮਤਲਬ ਕਿ ਤੁਸੀਂ ਕਹਿ ਲਓ ਜਦੋਂ 26 ਨਵੰਬਰ ਨੂੰ 2020 ਨੂੰ ਗਏ ਨੇ ਪੰਜਾਬੀ ਉੱਥੇ, ਜਾਂ ਸਾਰੇ ਕਿਸਾਨ ਜੋ ਗਏ ਨੇ ਅਲੱਗ-ਅਲੱਗ ਸੂਬਿਆਂ ਤੋਂ ਵੀ ਪਹੁੰਚੇ ਨੇ, ਉਸ ਤੋਂ ਬਾਅਦ ਹੀ ਇਹ ਤੈਅ ਹੋ ਗਿਆ ਸੀ ਜੇ ਹੁਣ ਰੱਦ ਕਰਵਾਏ ਬਿਨਾਂ ਮੁੜੇ ਤਾਂ ਅੱਗੇ ਜਾ ਕੇ ਸਾਹਮਣਾ ਕਰਨਾ ਲੋਕਾਂ ਦਾ ਬੜਾ ਔਖਾ ਹੈ। ਨੌਜਵਾਨਾਂ ਨੇ ਖਾਸ ਕਰਕੇ ਛੱਡਣਾ ਨਹੀਂ, ਹੋ ਸਕਦਾ ਕਿ ਜੁੱਤੀਆਂ ਲੈ ਕੇ ਵੀ ਪਿੱਛੇ ਪੈ ਜਾਣ। ਉਹਦੀ ਵਜ੍ਹਾ ਇਹ ਹੈ ਕਿਉਂਕਿ ਆਗੂ ਤਾਂ ਪਹਿਲਾਂ ਹਰਿਆਣੇ ਤੋਂ ਹੀ ਗਾਂ ਲੰਘਣਾ ਨਹੀਂ ਸੀ ਚਾਹੁੰਦੇ। ਇਹ ਮੋਰਚਾ ਤਾਂ ਨੌਜਵਾਨ ਹੀ ਅੱਗੇ ਲੈ ਕੇ ਗਏ ਆ। ਨੌਜਵਾਨਾਂ ਦਾ ਕਲੀਅਰ ਸੀਗਾ ਫੈਸਲਾ ਵੀ ਅਸੀਂ ਰੱਦ ਕਰਾਏ ਬਗੈਰ ਵਾਪਸ ਨਹੀਂ ਆਉਣਾ। ਹੁਣ ਨੌਜਵਾਨਾਂ ਨੂੰ ਉੱਥੋਂ ਕਿਵੇਂ ਹਟਾਉਣਾ? ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਲਈ ਨੌਜਵਾਨ ਸਮੱਸਿਆ ਬਣ ਗਏ ਸੀ 26 ਜਨਵਰੀ ਤੋਂ ਪਹਿਲਾਂ। ਫਿਰ ਉਹ 26 ਜਨਵਰੀ ਦੀ ਕਾਲ ਹੈ, ਜੇ ਰਾਜੇਵਾਲ ਦੀ ਗੱਲ ਮੰਨ ਲਈ ਜਾਵੇ ਕਿ 22 ਜਨਵਰੀ ਨੂੰ ਹੀ ਸਾਡਾ ਅਸੀਂ ਫੈਸਲਾ ਹੋ ਗਿਆ ਸੀ, ਸਮਝੌਤਾ ਅਸੀਂ ਜਿੱਤ ਗਏ ਸੀ, ਫਿਰ 26 ਜਨਵਰੀ ਦੀ ਕਾਲ ਰੱਦ ਹੋ ਜਾਣੀ ਚਾਹੀਦੀ ਸੀ। ਜੇ 26 ਜਨਵਰੀ ਦੀ ਕਾਲ ਰੱਦ ਨਹੀਂ ਕੀਤੀ ਗਈ ਔਰ ਉਸ ਨੂੰ ਉਸ ਕਾਲ ਤੋਂ ਬਾਅਦ ਜੋ ਕੁਝ ਹੋਇਆ, ਮੈਂ ਉਹਦਾ ਇੱਕ ਜ਼ਿਕਰ ਕਰੂੰਗਾ। ਇੱਕ ਸ਼ਾਹ ਮੁਹੰਮਦ ਹੋਇਆ ਹੈ ਪਿਛਲੇ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ, ਉਹਨੇ 2 ਜੰਗਾਂ ਦਾ ਜ਼ਿਕਰ ਕੀਤਾ ਹੈ, ਜਿਹੜੀ ਮੁਦਕੀ ਦੀ ਜੰਗ ਹੈ ਤੇ ਜਿਹੜੀ ਸਭਰਾਵਾਂ ਦੀ ਜੰਗ। ਉਹਦੇ ਵਿੱਚ ਉਹ ਕਹਿੰਦਾ ਹੈ ਕਿ ਉਹ ਇੱਕ ਗੱਲ ਕਹਿੰਦਾ ਹੈ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਹੇ ਬੰਨੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਉਦਣ ਜਿਹੜੀ ਚੜ੍ਹਤ ਸੀਗੀ ਖਾਲਸਾ ਫੌਜ ਦੀ, ਉਦਣ ਜੇ ਡੋਗਰੇ ਗਦਾਰੀ ਨਾ ਕਰਦੇ, ਜਿਹੜੇ ਜਰਨੈਲ ਸੀਗੇ ਉਸ ਖਾਲਸਾ ਫੌਜ ਦੇ, ਜੇ ਮਿਸ਼ਰੇ ਜਰਨੈਲ ਜਿਹੜੇ ਤੇਜਾ ਸਿੰਘ ਹੋਣੀ ਉਹ ਗਦਾਰੀ ਨਾ ਕਰਦੇ ਤੇ ਅੰਗਰੇਜ਼ ਹਾਰ ਕੇ ਭੱਜ ਗਏ ਸੀਗੇ। ਇਹਨਾਂ ਨੇ ਭੱਜੇ ਜਾਂਦੇ ਅੰਗਰੇਜ਼ਾਂ ਨੂੰ ਇਹ ਸੁਨੇਹਾ ਲਾਇਆ ਵੀ ਵਾਪਸ ਆ ਜਾਓ, ਇਹਨਾਂ ਦੇ ਕੋਲ ਹੁਣ ਹੋਇਆ ਨਹੀਂ ਗਾ ਮਨੀਸ਼ਨ। ਸੇਮ 26 ਜਨਵਰੀ ਵਾਲੇ ਦਿਨ ਇੱਕ ਕਾਲ ਜਾਂਦੀ ਆ ਵੀ ਅਸੀਂ ਦਿੱਲੀ ਫਤਿਹ ਕਰਨੀ, ਤੇ ਜਿਹੜਾ ਸਾਰੀ ਫੌਜ ਜਿਹੜੀ ਪੰਜਾਬ ਹਰਿਆਣਾ ਦੀ ਉੱਠ ਕੇ ਦਿੱਲੀ ਵੱਲ ਆ ਜਾਂਦੀ, ਔਰ ਜਿਹੜਾ ਇਹਨਾਂ ਦਾ ਦਿੱਤਾ ਹੋਇਆ ਟਾਰਗੇਟ ਹੈ ਉਹ ਫੌਜ ਫਤਿਹ ਕਰ ਦਿੰਦੀ। ਉਹ ਲਾਲ ਕਿਲ੍ਹੇ 'ਤੇ ਚਲੇ ਜਾਂਦੇ ਨੇ, ਉਹ ਟਰੈਕਟਰਾਂ ਦੀ ਪਰੇਡ ਲੈ ਜਾਂਦੇ ਨੇ, ਉਹ ਲਾਲ ਕਿਲ੍ਹੇ 'ਤੇ ਝੰਡਾ ਚਲਾ ਜਾਂਦੇ ਨੇ। ਜਿਹੜੇ ਕਾਲ ਦਿੰਦੇ ਜਰਨੈਲ ਆ ਉਹ ਤਾਂ ਰਾਹ 'ਚੋਂ ਭੱਜ ਜਾਂਦੇ ਨੇ। ਕੁਛ ਜਰਨੈਲ ਆ ਜਿਹੜੇ ਮੋਰਚੇ ਲਾਲ ਕਿਲ੍ਹੇ 'ਤੇ ਜਾਂਦੇ ਨੇ, ਉਹ ਵੀ ਫੌਜ ਨੂੰ ਸੁਣਨੀ ਛੱਡ ਕੇ ਭੱਜ ਜਾਂਦੇ ਨੇ। ਔਰ ਕੁਝ ਜਰਨੈਲ ਜਿਨ੍ਹਾਂ ਨੇ ਕਾਲ ਦਿੱਤੀ ਸੀ ਉਹ ਤਾਂ ਉਹਨਾਂ ਨੂੰ ਆਪਣੀ ਫੌਜ ਮੰਨਣ ਤੋਂ ਹੀ ਮੁੱਕਰ ਜਾਂਦੇ ਨੇ ਕਿ ਇਹ ਸਾਡੇ ਬੰਦੇ ਹੀ ਨਹੀਂ ਗੇ, ਇਹ ਤਾਂ ਗਦਾਰ ਨੇ, ਗਦਾਰੀਆਂ ਦੇ ਸਰਟੀਫਿਕੇਟ ਦਿੰਦੇ ਨੇ। ਫਿਰ ਉਹਨਾਂ ਦੀ ਨਿਸ਼ਾਨਦੇਹੀ ਕਰਾ ਕੇ ਉਹਨਾਂ 'ਤੇ ਮੁਕੱਦਮੇ ਕਰਵਾਉਂਦੇ ਨੇ ਕਿ ਆਪਾਂ ਉਹ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਉਹਨਾਂ ਨੂੰ ਰਿਪੀਟ ਹੁੰਦੇ ਨਹੀਂ ਵੇਖਿਆ 26 ਜਨਵਰੀ ਨੂੰ। ਫਿਰ ਸਾਡੇ ਇਤਿਹਾਸ ਦੇ ਵਿੱਚ ਇਹ ਵੀ ਦਰਜ ਹੈ ਵੀ ਜਿਹੜੇ ਜਰਨੈਲ ਫੌਜਾਂ ਨੂੰ ਬਾਰਡਰਾਂ 'ਤੇ ਲੜਦੀਆਂ ਛੱਡ ਕੇ ਘਰੇ ਪਰਤ ਆਉਂਦੇ ਨਾ, ਉਹਨਾਂ ਨੂੰ ਉਹਨਾਂ ਦੀਆਂ ਤੀਵੀਆਂ ਘਰੇ ਨਹੀਂ ਵੜਨ ਦਿੰਦੀਆਂ। ਇਹਨਾਂ ਨੂੰ ਕੁਛ ਨਹੀਂ ਹੋਇਆ। ਤੁਸੀਂ ਬਾਪੂ ਜੀ ਕਿਹਾ ਵੀ ਨੌਜਵਾਨ ਹੀ ਸੀ ਜਿਹੜੇ 26 ਤਰੀਕ ਨੂੰ 26 ਨਵੰਬਰ ਨੂੰ ਮੋਰਚਾ ਅੱਗੇ ਲੈ ਕੇ ਗਏ ਨੇ, ਨਹੀਂ ਤਾਂ ਉੱਥੇ ਹੀ ਬੈਠ ਜਾਣਾ ਸੀ ਜਿੱਥੇ ਪੁਲਿਸ ਵਾਲਿਆਂ ਨੇ ਰੋਕਿਆ। ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਜੇਕਰ ਲੱਖੇ ਸਿਧਾਣੇ ਤੇ ਦੀਪ ਸਿੱਧੂ ਦੀ ਗੱਲ ਨਾ ਹੋਵੇ ਗੱਲ ਅਧੂਰੀ ਰਹਿਣੀ ਹੈ। ਤੁਸੀਂ ਬੜੀ ਕੋਸ਼ਿਸ਼ ਕੀਤੀ ਵੀ ਦੋਨੋਂ ਜਣੇ ਰਲ ਮਿਲ ਕੇ ਬੈਠਣ ਤੇ ਮੋਰਚੇ ਦੇ ਲੇਖੇ ਲੱਗਣ, ਮੋਰਚੇ ਨੂੰ ਆਪਣਾ ਕੀਮਤੀ ਸਮਾਂ ਆਪਣਾ ਜ਼ੋਰ ਮੋਰਚੇ ਵੱਲ ਲਾਉਣ। ਉਹ ਗੱਲ ਸਿਰੇ ਨਹੀਂ ਚੜੀ, ਕਾਰਨ ਕੀ ਸੀ? ਕਿਉਂਕਿ ਮੈਨੂੰ ਵੀ ਇਹ ਗੱਲ ਸਮਝ ਨਹੀਂ ਆਉਂਦੀ ਵੀ ਜੇ ਇਹ ਦੋਵੇਂ ਹੀ ਇਹ ਕਲੇਮ ਵੀ ਕਰਦੇ ਆ ਵੀ ਅਸੀਂ ਮੋਰਚਾ ਜਿੱਤਣਾ ਹੈ, ਸਾਡਾ ਟਾਰਗੇਟ ਮੋਰਚਾ ਜਿੱਤਣਾ ਹੈ। ਪਹਿਲੀ ਗੱਲ ਤਾਂ ਲੜਕੀ ਇਹ ਸੀ ਕਿ ਇਹ 26 ਜਨਵਰੀ ਤੋਂ ਬਾਅਦ ਮੋਰਚੇ 'ਚ ਗਏ ਨਹੀਂ। ਦੀਪ ਤਾਂ ਅਜੇ ਵੀ ਨਹੀਂ ਗਿਆ। ਲੱਖਾ ਗਿਆ ਤੇ ਉਹ ਕਿਸੇ ਸਮਝੌਤੇ ਦੇ ਤਹਿਤ ਗਿਆ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੀ ਕਮਿਟਮੈਂਟ ਜਿਹੜੀ ਇਹ ਜ਼ਾਹਰਾ ਤੌਰ ਤੇ ਜ਼ਾਹਰ ਕਰਦੇ ਆ ਮੋਰਚੇ ਪ੍ਰਤੀ, ਉਹਦੇ ਵਿੱਚ ਸਾਨੂੰ ਮਤਲਬ ਡਾਊਟ ਹੁੰਦਾ ਵੀ ਇਹਨਾਂ ਦੀ ਮੋਰਚੇ ਪ੍ਰਤੀ ਕੋਈ ਬਹੁਤੀ ਵੱਡੀ ਕਮਿਟਮੈਂਟ ਨਹੀਂ ਸੀਗੀ। ਇਹ ਇੱਕ ਸਿਰਫ ਇੱਕ ਖਬਰ ਸੀ। ਔਰ ਦੂਜੀ ਚੀਜ਼ ਇਹ ਆ ਵੀ ਕਮਿਟਮੈਂਟ ਨਹੀਂ ਸੀ ਤਾਂ ਫਿਰ ਸਾਰਾ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਦਿਖ ਰਿਹਾ ਸੀ ਉਹ ਸਿਰਫ ਇੱਕ TRP ਲੈਣ ਦਾ ਸਾਧਨ ਸੀ। ਨਹੀਂ, ਜੇ ਕਮਿਟਮੈਂਟ ਹੁੰਦੀ ਤੇ ਜਿਵੇਂ ਮੋਰਚਾ ਲਾਲ ਕਿਲ੍ਹੇ ਤੇ ਚਲਾ ਗਿਆ ਸੀਗਾ
ਤੇ ਇਹਨਾਂ ਨੂੰ ਜਿਹੜੇ ਆਈਕਨ ਸੀ ਯੂਥ ਦੇ, ਇਹਨਾਂ ਨੂੰ ਉੱਥੇ ਬੈਠ ਜਾਣਾ ਚਾਹੀਦਾ ਸੀ ਫਿਰ ਲਾਲ ਕਿਲ੍ਹੇ ਤੇ। ਜਿੱਤੇ ਹੋਏ ਮੋਰਚੇ ਦੀ ਅਗਵਾਈ ਕਰਨੀ ਚਾਹੀਦੀ ਸੀ। ਤੇ ਜੇ ਇਹ ਜਿੱਤੇ ਹੋਏ ਮੋਰਚੇ ਦੀ ਵੀ ਅਗਵਾਈ ਨਹੀਂ ਕਰਦੇ, ਨੌਜਵਾਨ ਇਹਨਾਂ ਦੇ ਕਹਿਣ ਤੇ, ਜੇ ਕਹਿੰਦੇ ਆ ਵੀ ਸਾਡੇ ਕਹਿਣ ਤੇ ਸਾਰਾ ਨੌਜਵਾਨ ਮੋਰਚੇ ਨਾਲ ਜੁੜਿਆ, ਤੇ ਫਿਰ ਇਹ ਜੇ ਜਿੱਤੇ ਹੋਏ ਮੋਰਚੇ ਦੀ ਅਗਵਾਈ ਵੀ ਨਹੀਂ ਕਰਦੇ ਤੇ ਫਿਰ ਕਿਤੇ ਨਾ ਕਿਤੇ ਡਾਊਟ ਤਾਂ ਹੁੰਦਾ ਹੀ ਹੈ ਨਾ। ਇਹ ਹੈ। ਤੇ ਦੀਪ ਸਿੱਧੂ ਨੇ ਹੁਣ ਆਪਣੀ ਇੱਕ ਜਥੇਬੰਦੀ ਦਾ ਐਲਾਨ ਕੀਤਾ ਹੈ, ਵਾਰਸ ਪੰਜਾਬ ਤੇ। ਤੁਹਾਡੀ ਬੜੀ ਚੰਗੀ ਸੀ ਦੀਪ ਸਿੱਧੂ ਨਾਲ, ਤੁਸੀਂ ਜਿਵੇਂ ਮੈਂ ਕਿਹਾ ਹੈ ਵੀ ਲੱਖੇ ਸਿਧਾਣੇ ਨਾਲ ਵੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਬੈਠ ਕੇ ਸਮਝੌਤਾ ਹੋ ਜੇ। ਡਿਪਟੀ ਬਾਬਾ ਸਾਹਿਬ ਨੂੰ ਬੁਲਾਇਆ ਨਹੀਂ ਗਿਆ ਉਸ ਐਲਾਨ ਦੇ ਮੌਕੇ, ਜਾਂ ਡਿਪਟੀ ਬਾਬਾ ਸਾਹਿਬ ਖੁਦ ਨਹੀਂ ਆਏ? ਕਿਉਂਕਿ ਮੈਂ ਹਿੱਸਾ ਹੀ ਨਹੀਂ ਹਾਂ ਦੀਪ ਸਿੱਧੂ ਦੀ ਕਿਸੇ ਵੀ ਮਤਲਬ ਉਹਦੀ ਕੋਈ ਉਹਦੀ ਜਥੇਬੰਦੀ ਦਾ ਜਾਂ ਉਹਦੀ ਜਿਹੜੀ ਉਹਦੀ ਲਾਈਨ ਆ ਜਾਂ ਜੋ ਵੀ ਹੈਗਾ, ਉਹਦੇ ਵਿੱਚ ਮੇਰੀ ਕੋਈ ਬਹੁਤ ਜ਼ਿਆਦਾ ਇਨਵੋਲਵਮੈਂਟ ਤਾਂ ਹੈ ਨਹੀਂ। ਉਹਦੀ ਆਪਣੀ ਸੋਚ ਆ, ਆਪਣੀ ਲਾਈਨ ਆ, ਆਪਣੀ ਲਾਈਨ ਦੇ ਹਿਸਾਬ ਨਾਲ ਉਹਦੀ ਵਰਕਿੰਗ ਆ। ਔਰ ਉਹਨੇ ਜਿਹੜੀ ਜਥੇਬੰਦੀ ਬਣਾਈ ਹੈ, ਉਹਨੇ ਆਪਣੇ ਹਿਸਾਬ ਦੇ ਹੀ ਲੋਕ ਬੁਲਾਉਣੇ ਸੀਗੇ ਔਰ ਉਹਨੇ ਬੁਲਾਏ, ਉਹਨਾਂ ਨੇ ਜਥੇਬੰਦੀ ਅਨਾਉਂਸ ਕਰਤੀ। ਸਾਡੇ ਨਾਲ ਤੇ ਉਹਦਾ ਕੋਈ ਇਹੋ ਜਿਹਾ ਸੰਬੰਧ ਤੇ ਹੈ ਨਹੀਂ। ਜਿਵੇਂ ਬਾਪੂ ਤੁਸੀਂ ਕਿਹਾ ਵੀ ਦੋਨਾਂ ਦੇ ਆਪਣੇ ਆਪਣੇ ਕੋਈ ਕਾਰਨ ਰਹੇ ਹੋਣਗੇ ਜੇ ਮੋਰਚੇ ਦੇ ਨਾਲ ਉਹਨਾਂ ਦਾ ਤੁਹਾਡੇ ਹਿਸਾਬ ਨਾਲ ਮੋਰਚੇ ਵੱਲ ਜ਼ਿਆਦਾ ਉਹਨਾਂ ਦਾ ਪਿਆਰ ਨਹੀਂ ਦਿਖਿਆ, ਕਿਉਂਕਿ 26 ਤੋਂ ਬਾਅਦ ਨਜ਼ਰ ਨਹੀਂ ਆਏ। ਲੱਖਾ ਫਿਰ ਵੀ ਨਜ਼ਰ ਆਇਆ ਮਾੜਾ ਮੋਟਾ। ਕਿਤੇ ਕੋਈ ਚੋਣ ਮਨੋਰਥ ਨਹੀਂ ਪਿੱਛੇ? ਸੁਣਨ ਚ ਆ ਰਿਹਾ ਵੀ ਹੁਣ ਇਲੈਕਸ਼ਨ ਵੀ ਨੇੜੇ ਨੇ, ਹੋ ਸਕਦਾ ਲੱਖਾ ਸਿਧਾਣਾ ਵੀ ਇਲੈਕਸ਼ਨ ਲੜੇ। ਇਹ ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਇਲੈਕਸ਼ਨ ਤੇ ਲੜਨ? ਸਗੋਂ ਮੈਂ ਤਾਂ ਕਹਿੰਦਾ ਵੀ ਚੰਗੇ ਲੋਕਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ। ਜੇ ਇਹੋ ਜਿਹੇ ਨੌਜਵਾਨ ਜਿਹੜੇ ਪੰਜਾਬ ਪ੍ਰਤੀ ਚੰਗੀ ਸੋਚ ਰੱਖਦੇ ਆ ਲੜਨ ਵਿਧਾਨ ਸਭਾ ਵਿੱਚ ਜਾਣ, ਤੇ ਸਾਨੂੰ ਸਭ ਤੋਂ ਵੱਧ ਖੁਸ਼ੀ ਹੋਏਗੀ। ਜਾਣਾ ਚਾਹੀਦਾ ਇਹਨਾਂ ਨੂੰ। ਲੇਕਿਨ ਜੇ ਕਿਸਾਨੀ ਅੰਦੋਲਨ ਦੇ ਨਾਲ ਕੰਟੀਨਿਊ ਜੁੜਿਆ ਰਹਿੰਦਾ ਤਾਂ ਹੋ ਸਕਦਾ ਫਾਇਦਾ ਵੀ ਮਿਲਦਾ। ਬਹੁਤ ਜ਼ਿਆਦਾ ਫਾਇਦਾ ਹੋਣਾ ਸੀ। ਜਿਹੜੀ ਨੌਜਵਾਨਾਂ ਦੀ ਵਾਪਸੀ ਨਹੀਂ ਹੋਈ ਮੋਰਚੇ ਦੇ ਵਿੱਚ, ਉਹਦੀ ਵਜ੍ਹਾ ਹੀ ਮੈਂ ਇਹ ਸਮਝਦਾ ਵੀ ਜੇ ਇਹ ਦੋਵੇਂ ਬੰਦੇ ਉੱਥੇ ਬੈਠ ਜਾਂਦੇ 26 ਜਨਵਰੀ ਤੋਂ ਬਾਅਦ, ਤੇ ਫਿਰ ਮੋਰਚੇ 'ਚ ਨੌਜਵਾਨਾਂ ਦੀ ਵਾਪਸੀ ਹੋਣੀ ਸੀ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਸੀ। ਬਾਪੂ ਜੀ, ਲੱਖੇ ਨਾਲੇ ਦੀਪ ਦੋਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਤੁਹਾਨੂੰ ਕੋਈ ਲੱਗਦਾ ਵੀ ਵਖਰੇਵਾਂ ਹੈਗਾ ਹੈ? ਉਹਦਾ ਤਰੀਕਾ ਆਪਣਾ ਹੈ ਤੇ ਦੀਪ ਦਾ ਆਪਣਾ ਹੈ? ਨਹੀਂ, ਇਹ ਤਾਂ ਗਰਾਊਂਡ 'ਤੇ ਹੀ ਆ ਵੀ ਲੱਖਾ ਤਾਂ ਸੋਸ਼ਲ ਵਰਕਰ ਹੈ, ਉਹ ਉਸ ਹਿਸਾਬ ਨਾਲ ਲੜ ਰਿਹਾ। ਦੀਪ ਕੋਈ ਆਪਣਾ ਵੱਡਾ ਸੁਪਨਾ ਲੈ ਕੇ ਆਇਆ, ਉਹ ਆਪਣੇ ਸੁਪਨੇ ਦੇ ਹਿਸਾਬ ਨਾਲ ਲੜ ਰਿਹਾ। ਇਸ ਲਈ ਵਖਰੇਵਾਂ ਤੇ ਸੁਪਨਾ ਦੀਪ ਦਾ ਆਪਣਾ ਹੀ ਹੈ ਸੁਪਨਾ, ਜਾਂ ਕਿਸੇ ਹੋਰ ਦਾ ਸੁਪਨਾ ਹੈ ਜੋ ਦੀਪ ਦੇ ਜ਼ਰੀਏ ਪੂਰਾ ਕੀਤਾ ਜਾ ਰਿਹਾ ਹੈ? ਜਾਂ ਵੀ ਦੀਪ ਦਾ ਆਪਣਾ ਸੁਪਨਾ ਜਾਂ ਕਿਸੇ ਹੋਰ ਦਾ ਸੁਪਨਾ, ਜਿਹੜੀਆਂ ਇਹ ਚੀਜ਼ਾਂ ਨਾਲ ਜਿਹੜੀਆਂ ਇਹਨਾਂ ਨਾਲ ਮੈਂ ਬਹੁਤਾ ਸਹਿਮਤ ਨਹੀਂ ਹੁੰਦਾ। ਕਿਉਂਕਿ ਕਿਸੇ ਨੂੰ ਕਿਸੇ ਦੀ ਝੋਲੀ 'ਚ ਪਾ ਦੇਣਾ ਵੀ ਐਵੇਂ ਹੀ ਵੀ ਉਹ ਬੀਜੇਪੀ ਦਾ ਬੰਦਾ ਫਲਾਣੇ, ਨਹੀਂ, ਐਸਾ ਕੁਝ ਨਹੀਂ ਹੈਗਾ। ਉਹਦੀ ਆਪਣੀ ਸੋਚ ਹੈ, ਉਹ ਸੋਚ ਨਾਲ ਲੈ ਕੇ ਖੜਾ ਹੋਇਆ, ਤੇ ਉਹਦੇ ਪ੍ਰਤੀ ਉਹਦੀ ਕਿੰਨੀ ਕਮਿਟਮੈਂਟ ਹੈ, ਕਿੰਨੀ ਉਹ ਲੜ ਸਕਦਾ ਹੈ, ਕੀ ਕਪੈਸਿਟੀ ਵਿੱਚ ਹੈਗਾ, ਉਹਨੂੰ ਹੀ ਪਤਾ ਹੈ, ਮੈਨੂੰ ਪਤਾ ਨਹੀਂ। ਸਾਡੇ ਨਾਲ ਪ੍ਰੋਫੈਸਰ ਪ੍ਰਭਜੋਤ ਜੀ ਵੀ ਨੇ। ਪ੍ਰਭਜੋਤ ਭਾਜੀ, ਜਿਵੇਂ ਬਾਪੂ ਜੀ ਹੁਣੇ ਵੀ ਦੱਸਿਆ ਹੈ ਵੀ ਜੇ ਅਧੂਰੀ ਜਿੱਤ ਲੈ ਕੇ ਅਸੀਂ ਘਰ ਨਾ ਜਾਈਏ, ਅੰਦੋਲਨਕਾਰੀਆਂ ਨੂੰ ਸੱਦਾ ਦਿੱਤਾ ਗਿਆ ਵੀ ਉੱਥੇ ਹੀ ਬੈਠੋ। ਅਧੂਰੀ ਜਿੱਤ ਵਾਲਾ ਖਦਸ਼ਾ ਦਿਲ ਵਿੱਚ ਕਿਉਂ ਆ ਰਿਹਾ ਹੈ? ਤੁਸੀਂ ਵੀ ਨੌਜਵਾਨ ਹੋ, ਨੌਜਵਾਨਾਂ ਦਾ ਭਰਪੂਰ ਸਾਥ ਰਿਹਾ ਹੈ ਅੰਦੋਲਨ ਦੇ ਵਿੱਚ। ਦੇਖੋ, ਗੱਲ ਇਹ ਹੁੰਦੀ ਹੈ ਕਿ ਸਰਕਾਰ ਸਾਨੂੰ, ਪਹਿਲੀ ਗੱਲ ਤਾਂ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹੀ ਹੈ ਕਿ ਅਸੀਂ ਪੋਜ਼ਿਟਿਵ ਹਾਂ ਬਹੁਤ, ਕਿ ਸਭ ਤੋਂ ਪਹਿਲਾਂ ਪੋਜ਼ਿਟਿਵ ਇਸ ਗੱਲ ਕਰਕੇ ਆ ਕਿ ਗੱਲ ਚੱਲੀ ਆ ਸਾਡੀ 8 ਮਹੀਨਿਆਂ ਬਾਅਦ ਗੱਲ ਸ਼ੁਰੂ ਹੋਈ ਹੈ, ਤੇ ਅਸੀਂ ਪੋਜ਼ਿਟਿਵ ਇਸ ਗੱਲ ਗੱਲਬਾਤ ਚੱਲਣ ਕਰਕੇ ਵੀ ਪੋਜ਼ਿਟਿਵ ਆ। ਔਰ ਸਾਨੂੰ ਬੜੀ ਉਮੀਦ ਆ ਕਿ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਇਸ ਗੱਲ ਦੇ ਉੱਤੇ ਸਟੈਂਡ ਕਰੇਗੀ ਕਿ 3 ਕਾਨੂੰਨ ਰੱਦ ਹੋਣ ਤੇ MSP ਦੀ ਕਾਨੂੰਨੀ ਗਰੰਟੀ ਹੋਵੇ, ਜਿਹੜੀ ਮੋਰਚੇ ਦੀ ਮੂਲ ਮੰਗ ਹੈ, ਜਿਹਨੂੰ ਲੈ ਕੇ ਅਸੀਂ ਦਿੱਲੀ 'ਚ ਡਟੇ ਹਾਂ ਜਾ ਕੇ। ਸਾਨੂੰ ਸਾਡੀ ਲੀਡਰਸ਼ਿਪ ਤੋਂ ਇਹੀ ਉਮੀਦ ਹੈ, ਸਰਕਾਰ ਨੂੰ ਤੋਂ ਵੀ ਸਾਨੂੰ ਇਹੀ ਆਸ ਹੈ ਕਿ ਉਹ ਪਿਛਲੇ 10 ਮਹੀਨਿਆਂ ਦੇ ਹੋਏ ਤੱਪ ਦਾ, 700 ਕਿਸਾਨਾਂ ਦੀ ਸ਼ਹਾਦਤ ਦਾ, 200 ਕਿਸਾਨ ਜਿਹੜੇ ਕਿਸਾਨ ਦਾ ਸਾਹਮਣਾ ਕਰ ਰਹੇ ਆ, ਉਹਦਾ ਮੁੱਲ ਉਹਦਾ ਕੋਈ ਰਿਕਾਰਡ ਕਰੂਗੀ, ਉਹਦਾ ਕੋਈ ਮੁੱਲ ਪਾਊਗੀ। ਠੀਕ ਹੈ, ਦੇਸ਼ ਦੇ ਵਾਸੀ ਹਾਂ ਅਸੀਂ। ਠੀਕ ਹੈ, ਦੇਸ਼ ਦੇ ਵਾਸੀ ਜੇ ਮਤਲਬ ਕੋਈ ਚੀਜ਼ ਸਰਕਾਰ ਦੇਣਾ ਚਾਹੁੰਦੀ ਤਾਂ ਉਹ ਨਹੀਂ ਲੈਣਾ ਚਾਹੁੰਦੇ। ਅਸੀਂ ਕੋਈ ਨਵੀਂ ਮੰਗ ਨਹੀਂ ਕਰ ਰਹੇ, ਜੋ ਸਾਨੂੰ ਸਰਕਾਰ ਦੇਣਾ ਚਾਹੁੰਦੀ ਅਸੀਂ ਉਹ ਵਾਪਸ ਕਰਨਾ ਚਾਹੁੰਦੇ ਹਾਂ। ਸਰਕਾਰ ਇਹਦੇ ਨਾਲ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਜੇ ਸਾਡੇ ਝੋਲੀ ਜਿੱਤ ਪਾਊਗੀ, ਪਹਿਲੀ ਗੱਲ ਤਾਂ ਅਸੀਂ ਪੋਜ਼ਿਟਿਵ ਹਾਂ। ਪਰ ਜਦੋਂ ਵੀ ਕੋਈ ਗੱਲਬਾਤ ਚੱਲਦੀ ਹੁੰਦੀ ਹੈ ਨਾ, ਉਹਦੀਆਂ 1 ਤੋਂ ਵੱਧ ਜਾਂ 2 ਤੋਂ ਵੱਧ ਸੰਭਾਵਨਾਵਾਂ ਹੁੰਦੀਆਂ। ਠੀਕ ਹੈ, ਉਹਨਾਂ ਨੇ ਤਾਂ ਕੋਸ਼ਿਸ਼ ਇਹੀ ਕਰਨੀ ਹੈ, ਸਰਕਾਰ ਤਾਂ ਚਾਹੂਗੀ ਵੀ ਅਸੀਂ ਕਿਤੇ ਨਾ ਕਿਤੇ ਥੋੜ੍ਹਾ ਪਿੱਛੇ ਮੰਨਣਾ, ਸਮਝੌਤਾ ਕਰੀਏ, ਹੈ ਨਾ। 2-3-4 ਪ੍ਰਪੋਜ਼ਲਸ ਹੋ ਸਕਦੀਆਂ ਵੀ ਇੱਦਾਂ ਨਹੀਂ, ਇੱਦਾਂ ਕਰ ਲਓ, ਇੱਦਾਂ ਕਰ ਲਓ, ਹੈ ਨਾ, ABCD। ਸਾਡੀ ਇਹ ਹੈ ਵੀ 3 ਕਾਨੂੰਨ ਰੱਦ ਹੋਣੇ ਚਾਹੀਦੇ ਤੇ MSP ਦੀ ਮਤਲਬ ਜਿਹੜੀ ਉਹ ਗਰੰਟੀ ਹੋਣੀ ਚਾਹੀਦੀ ਹੈ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਇਹ ਪੋਸੀਬਿਲਿਟੀਜ਼ ਜਿਹੜੀਆਂ ਦੂਜੀਆਂ ਨੇ, ਜਿਹੜੀਆਂ ਸਰਕਾਰ ਦੀ ਮਨਸ਼ਾ ਰਹਿਣੀ ਹੈ, ਕਿਉਂਕਿ ਉਹਨੇ ਆਪਣੇ ਪੱਖ ਤੋਂ ਸੋਚਣਾ, ਉਹਨਾਂ ਨੇ ਆਪਣੀ ਪੋਲੀਟਿਕਸ ਕਰਨੀ ਹੈ, ਉਹਨਾਂ ਨੇ ਕਾਰਪੋਰੇਟ ਦਾ ਵੀ ਧਿਆਨ ਰੱਖਣਾ। ਠੀਕ ਹੈ ਨਾ, ਵੀ ਕਿੱਥੇ ਕਿੰਨਾ ਬਚਾਅ ਹੁਣ ਕੀਤਾ ਜਾ ਸਕਦਾ, ਮੰਨਣਾ ਤਾਂ ਮੰਗ ਤਾਂ ਮੰਨਣੀ ਪੈਣੀ ਹੈ, ਉਹ ਬਚਾਅ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਸਾਡੀ ਜਿਹੜੀ ਉਹਦੇ ਵਿੱਚ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿਤੇ ਨਾ ਕਿਤੇ ਵੀ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ ਉਸ ਲੀਡਰਸ਼ਿਪ ਦੇ ਵਿੱਚ ਜਿਹੜਾ ਇੱਕ ਹਿੱਸਾ ਹੈ। ਦੇਖੋ, ਜਿਹੜੀ ਲੀਡਰਸ਼ਿਪ 26 ਨਵੰਬਰ ਤੋਂ ਲੈ ਕੇ ਹੁਣ ਤੱਕ ਮਤਲਬ ਕਿ ਜਿਹੜੀ ਕਿਸਾਨ ਸੰਸਦ ਲੱਗੀ ਆ ਜੁਲਾਈ ਅਗਸਤ ਦੇ ਵਿੱਚ, ਸੰਘਰਸ਼ ਦੀ ਰੂਪਰੇਖਾ ਸਰਕਾਰਾਂ ਮੁਤਾਬਕ ਸਰਕਾਰ ਨੂੰ ਪੁੱਛ ਕੇ ਤੈਅ ਕਰਦੀ ਹੋਵੇ ਤਾਂ ਉਹ ਫਿਰ ਕੋਸ਼ਿਸ਼ ਕਰੂਗੀ ਨਾ
ਵੀ ਸਰਕਾਰ ਜਿਹੜੀ ਹੈਗੀ ਆ ਉਹਦੀ ਉਹ ਕਿਤੇ ਨਾ ਕਿਤੇ ਜਿੰਨਾ ਸਰਕਾਰ ਦੇ ਪੱਖ ਦੇ ਵਿੱਚ ਸਮਝੌਤਾ ਭੁਗਤ ਸਕਦਾ ਉਹਨੂੰ ਭੁਗਤਾਇਆ ਜਾਵੇ, ਕੋਸ਼ਿਸ਼ ਕਰੂਗੀ। ਇਸ ਕਰਕੇ ਸਾਨੂੰ ਖਦਸ਼ਾ ਹੈ। ਨਹੀਂ, ਲੇਕਿਨ ਜੇ ਕੋਈ ਸਮਝੌਤਾ ਵੀ ਹੁੰਦਾ ਹੈ, ਸਮਝੌਤੇ ਤੋਂ ਦਿੱਕਤ ਕਿਉਂ ਹੋਣੀ ਚਾਹੀਦੀ ਹੈ? ਕਿਉਂਕਿ ਸੈਂਕੜਿਆਂ ਦੇ ਹਿਸਾਬ ਨਾਲ ਜੋ ਹੁਣ ਤੱਕ ਸ਼ਹਾਦਤਾਂ ਹੋ ਚੁੱਕੀਆਂ ਹੈ, ਠੀਕ ਹੈ, ਅਣਮੁੱਲੀਆਂ ਜਾਨਾਂ ਗਈਆਂ, ਕਈ ਪਰਿਵਾਰ ਉੱਜੜ ਗਏ, ਕਮਾਉਣ ਵਾਲਾ ਨਹੀਂ ਰਿਹਾ। ਜੇ ਸਮਝੌਤਾ ਕਰਕੇ ਖੁਸ਼ੀ ਸਾਰੇ ਆਪਣੇ ਘਰ ਵਾਪਸ ਜਾ ਵੀ ਰਹੇ ਨੇ, ਇਹਦੇ ਵਿੱਚ ਦਿੱਕਤ ਵੀ ਕੀ ਹੋ ਸਕਦੀ ਹੈ? ਜੇ ਜਿਵੇਂ ਡਿਪਟੀ ਸਾਹਿਬ ਨੇ ਵੀ ਹੁਣ ਕਿਹਾ ਹੈ ਵੀ 2 ਕਾਨੂੰਨ ਜਿਹੜੇ ਰੱਦ ਹੋ ਜਾਣਗੇ, ਇੱਕ ਦੇ ਵਿੱਚ ਅਸੀਂ ਸੋਧਾਂ ਕਰ ਲਾਂਗੇ, ਜੋ ਪ੍ਰਪੋਜ਼ਲ ਇਨਡਾਇਰੈਕਟਲੀ ਦਿੱਤਾ ਜਾ ਰਿਹਾ ਉਹਦੇ 'ਚ ਮਾੜਾ ਵੀ ਕੀ ਹੈ ਜੇ ਸਾਰੇ ਹੱਸਦੇ ਆਪਣੇ ਘਰ ਵਾਪਸ ਜਾ ਰਹੇ ਨੇ? ਨਹੀਂ, ਇਹਦਾ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਨਾ। ਦੇਖੋ 26 ਜਨਵਰੀ ਤੋਂ ਬਾਅਦ 22 ਜਨਵਰੀ ਜਿਹੜੀ ਮੀਟਿੰਗ ਹੋਈ ਆ, ਆਖਰੀ ਮੀਟਿੰਗ ਆ, 11ਵੀਂ ਮੀਟਿੰਗ ਆ ਸਾਡੀ, ਉਸ ਤੋਂ ਬਾਅਦ ਵੀ ਇੱਕ ਸਰਵੇ ਹੋਇਆ ਸੀਗਾ ਦਿੱਲੀ ਅੰਦੋਲਨ ਦੇ ਵਿੱਚ, ਜਥੇਬੰਦੀਆਂ ਨੇ ਇੱਕ ਸਰਵੇ ਕਰਵਾਇਆ ਸੀ। ਮੈਂ ਇਹਨੂੰ ਕੋਈ ਮਾੜੀ ਗੱਲ ਵੀ ਨਹੀਂ ਸਮਝਦਾ। ਜੋ ਪ੍ਰਪੋਜ਼ਲ ਸਰਕਾਰ ਤੋਂ ਆ ਰਹੀ ਹੈ ਸਾਨੂੰ ਆਪਣੇ ਕੈਡਰ ਨਾਲ, ਵਰਕਰ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਹ ਸਰਵੇ ਹੋਇਆ ਸੀਗਾ ਵੀ 3 ਸਾਲ ਦੀ ਸਸਪੈਂਸ਼ਨ ਕਰਦੀ ਹੈ ਸਰਕਾਰ, ਤਾਂ ਜਿਹੜੇ ਲੋਕ ਸੀਗੇ ਉਹਨਾਂ ਨੇ ਠੁਕਰਾਤਾ ਸੀ ਇਸ ਗੱਲ ਨੂੰ ਵੀ ਨਹੀਂ, ਅਸੀਂ 3 ਕਾਨੂੰਨ ਰੱਦ ਕਰਾਏ ਬਿਨਾਂ ਵਾਪਸ ਇੱਥੋਂ ਨਹੀਂ ਜਾਣਾ। ਤਾਂ ਇਸ ਕਰਕੇ ਜਿਹੜੀ ਉਹ ਮੰਗ ਹੈ, ਉਹ ਜੇ ਕਹਿੰਦੇ ਹਾਂ ਅਸੀਂ ਇਹ ਗੱਲ ਕਿ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ, ਮੈਂ ਕਹਿੰਦਾ ਇਕੱਲੇ ਕਿਸਾਨਾਂ ਦੀ ਮੌਤ ਦੇ ਵਾਰੰਟ ਨਹੀਂ ਕਿ ਇਸ ਮੁਲਕ ਦੇ ਹਰ ਬਸ਼ਿੰਦੇ ਦੀ ਮੌਤ ਦੇ ਵਾਰੰਟ ਨੇ, ਠੀਕ ਹੈ ਨਾ। ਕਿਉਂਕਿ ਜਿਹੜਾ ਮਸਲਾ ਨਾ, ਜਦੋਂ ਜ਼ਮੀਨ ਕਾਰਪੋਰੇਟ ਕੋਲ ਜਾਣੀ ਹੈ, ਅੱਖ ਤਾਂ ਜ਼ਮੀਨ ਦੇ ਉੱਤੇ ਹੀ ਹੈ ਨਾ, ਕਿ ਜਿਹੜਾ ਆਉਣ ਵਾਲਾ ਸਮਾਂ ਆ ਉਹ ਦੁਨੀਆ ਦੇ ਵਿੱਚ ਫੂਡ ਪ੍ਰੋਸੈਸਡ ਦੇ ਬਿਜ਼ਨਸ ਦਾ ਸਮਾਂ ਆ, ਪ੍ਰੋਸੈਸਡ ਫੂਡ ਦੇ ਬਿਜ਼ਨਸ ਦਾ ਸਮਾਂ ਆ। ਔਰ ਉਹ ਪ੍ਰੋਸੈਸਡ ਫੂਡ ਜਿਹੜਾ ਹੈਗਾ ਆ ਉਹ ਕੱਚਾ ਮਾਲ ਜ਼ਮੀਨ 'ਚੋਂ ਮਿਲਦਾ ਤੇ ਜ਼ਮੀਨ ਕਿਸਾਨ ਕੋਲ ਹੈ। ਕਾਰਪੋਰੇਟ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ, ਮਤਲਬ ਵੀ ਜਿਹੜਾ ਕੱਚਾ ਮਾਲ ਅਸੀਂ ਖਰੀਦੀਏ, ਉਹ ਵੀ ਚਾਹੁੰਦਾ ਕਿ ਜਿਹੜਾ ਕੱਚਾ ਮਾਲ ਮੈਂ ਆਪ ਖੁਦ ਪੈਦਾ ਕਰਾਂ, ਜ਼ਮੀਨ ਮੇਰੇ ਕੋਲ ਆਪਦੀ ਹੋਵੇ, ਪ੍ਰਾਪਰਟੀ ਵੀ ਬਣੇ ਤੇ ਉਹਦੇ ਵਿੱਚ ਜਿਹੜਾ ਰਾ ਮਟੀਰੀਅਲ ਹੈ ਮੇਰਾ ਆਪਣਾ ਹੋਵੇ ਤੇ ਮੇਰੇ ਮੁਨਾਫੇ ਵੱਡੇ ਹੋਣ, ਠੀਕ ਹੈ। ਔਰ ਇਹ ਗੱਲ ਕਿਸਾਨ ਨੂੰ ਸਾਫ਼ ਸਮਝ ਆਉਂਦੀ ਹੈ। ਜਾਂ ਤਾਂ ਕਾਰਪੋਰੇਟ ਹੀ ਮਤਲਬ ਫਿਰ ਉਹ ਬਿਜ਼ਨਸ ਕਰੂਗਾ। ਲੇਕਿਨ ਇੱਕ ਸਵਾਲ ਹੈ, ਤੁਸੀਂ ਸ਼ਾਇਦ ਉਹ ਸਟਿੰਗ ਦੇਖਿਆ ਵੀ ਹੋਵੇ, ਰਾਕੇਸ਼ ਟਿਕੈਤ ਤੇ ਬ੍ਰਦਰ ਦਾ, ਵੱਡੇ ਬ੍ਰਦਰ ਦਾ, ਨਰੇਸ਼ ਟਿਕੈਤ ਸ਼ਾਇਦ ਉਹਨਾਂ ਦਾ ਨਾਮ ਹੈਗਾ, ਉਹਨਾਂ ਦਾ ਇੱਕ ਸਟਿੰਗ ਸਾਹਮਣੇ ਆਇਆ ਸੀ। ਨਰੇਸ਼ ਟਿਕੈਤ ਤੇ ਰਾਕੇਸ਼ ਟਿਕੈਤ ਤਾਂ ਲੋਕਾਂ ਵਿੱਚ ਇਹ ਹੁੰਗਾਰਾ ਦੇ ਰਹੇ ਨੇ, ਕਿਸਾਨਾਂ ਦੇ ਵਿੱਚ, ਵੀ ਕਾਰਪੋਰੇਟ ਸਾਡੇ ਜ਼ਮੀਨਾਂ 'ਤੇ ਕਬਜ਼ਾ ਕਰ ਲੈਣਗੇ, ਇਹ ਕਾਨੂੰਨ ਸਾਡੇ ਖਿਲਾਫ ਨੇ, ਕਿਸਾਨਾਂ ਦੇ ਖਿਲਾਫ ਨੇ। ਪਰ ਉਹਨਾਂ ਦੇ ਭਰਾ ਦਾ ਖੁਦ ਉਹ ਜ਼ਮੀਨ ਕਾਰਪੋਰੇਟ, ਆਪਣੀ ਜ਼ਮੀਨ ਮਹਿੰਗੇ ਦਾਮ 'ਤੇ ਕਾਰਪੋਰੇਟ ਨੂੰ ਦੇਣ ਨੂੰ ਫਿਰਦੇ ਸੀ। ਦੇਖੋ ਇਹ ਤਾਂ ਗੱਲ ਹੁਣ ਇੱਥੋਂ ਸਪਸ਼ਟ ਹੁੰਦੀ ਹੈ ਨਾ ਕਿ ਉਹ ਜਿਹੜੀ ਚੀਜ਼ ਹੈਗੀ ਹੈ ਵੀ ਜਿਹੜੇ ਇਹ ਉਹਨਾਂ ਦਾ ਵੈਸੇ ਤਾਂ ਨਿੱਜੀ ਫੈਸਲਾ ਹੋ ਸਕਦਾ, ਵੈਸੇ ਉਹਨਾਂ ਦੇ ਭਰਾ ਦਾ, ਠੀਕ ਹੈ ਨਾ, ਕਿਉਂਕਿ ਪਰਸਨਲ ਹੈ ਉਹਨਾਂ ਦਾ ਵੀ, ਮਤਲਬ ਕਿ ਕਾਰਪੋਰੇਟ ਨੂੰ ਜ਼ਮੀਨ ਦੇਣਾ ਚਾਹੁੰਦੇ ਸੀਗੇ, ਜਾਂ ਉਹਨਾਂ ਦਾ ਕੋਈ ਉਹਨਾਂ ਦੇ ਨਾਲ ਰਲ ਕੇ ਕੋਈ ਸਾਂਝਾ ਬਿਜ਼ਨਸ ਕੋਈ ਜ਼ਮੀਨ ਦੇ ਉੱਤੇ ਕਰਨਾ ਚਾਹੁੰਦੇ ਸੀਗੇ, ਇਹ ਉਹਨਾਂ ਦਾ ਪਰਸਨਲ ਮੈਟਰ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਇੱਥੇ ਫਿਰ ਕਿ ਬਤੌਰ ਕਿਸਾਨ ਲੀਡਰ ਤੁਸੀਂ ਉੱਤਰ ਪ੍ਰਦੇਸ਼ ਦੇ ਜਾਂ ਪੂਰੇ ਦੇਸ਼ ਦੇ ਕਿਸਾਨਾਂ ਦੇ ਆਗੂ ਹੋਣ ਦਾ ਦਾਅਵਾ ਕਰਦੇ ਹੋ, ਤਾਂ ਫਿਰ ਤੁਹਾਨੂੰ ਪਹਿਲਾਂ ਆਪਣੀ ਮਤਲਬ ਜਿਹੜਾ ਸਟੈਂਡ ਸਪਸ਼ਟ ਕਰ ਲੈਣਾ ਚਾਹੀਦਾ, ਆਪਣੀ ਪੋਜੀਸ਼ਨ ਸਾਫ਼ ਕਰ ਲੈਣੀ ਚਾਹੀਦੀ ਹੈ, ਆਪਣੀ ਪੀੜੀ ਹੇਠ ਛੋਟਾ ਮਾਰਨਾ ਚਾਹੀਦਾ। ਹਾਂ, ਪੀੜੀ ਥਲੇ ਛੋਟਾ ਮਾਰ ਲੈਣਾ ਚਾਹੀਦਾ। ਮੈਂ ਕਹਿੰਦਾ ਵੀ ਮਨਸ਼ਾ ਦੇ ਪੋਜੀਸ਼ਨ ਸਾਫ਼ ਕਰਨੀ ਚਾਹੀਦੀ ਲੋਕਾਂ 'ਚ ਕਿ ਤੁਸੀਂ ਕਾਰਪੋਰੇਟਾਂ ਦੇ ਹੱਕ 'ਚੋਂ ਕਿ ਖਿਲਾਫ ਹੋ। ਕਿਉਂਕਿ ਆਪਣੇ ਲਈ ਗੱਲ ਕੁਝ ਹੋਰ ਹੈ, ਜੇ ਅਸੀਂ ਲੋਕਾਂ ਕੋਲ ਜਾਈਏ ਤਾਂ ਅਸੀਂ ਗੱਲ ਕੁਝ ਹੋਰ ਪ੍ਰਚਾਰੀਏ। ਮਤਲਬ ਵੀ ਕਾਰਪੋਰੇਟ ਨੂੰ ਜ਼ਮੀਨ ਅਸੀਂ ਨਹੀਂ ਦੇਣੀ, ਤੁਸੀਂ ਉੱਜੜ ਜਾਓਗੇ ਤੇ ਆਪ ਤੁਸੀਂ ਮਤਲਬ ਕਿ ਕਾਰਪੋਰੇਟਸ ਨੂੰ ਜ਼ਮੀਨਾਂ ਦਿਓ, ਹੈ ਨਾ, ਮਹਿੰਗੇ ਭਾਅ ਦੇ ਦਿਓ ਤੁਹਾਨੂੰ, ਕਿ ਮਤਲਬ ਕਿ ਮੁੱਲ ਵਧੀਆ ਮਿਲਦਾ, ਤੁਸੀਂ ਕਾਰਪੋਰੇਟ ਨੂੰ ਜ਼ਮੀਨ ਦੇ ਕੇ ਇਹੀ ਹੁੰਦਾ, ਇਹੀ ਹੋਊਗਾ ਵੀ ਮਹਿੰਗੇ ਮੁੱਲ ਵੇਚਦੀ ਹੋਊਗੀ ਤੇ ਆਪ ਜ਼ਮੀਨ ਜਿਹੜੀ ਹੈਗੀ ਆ ਉਹ ਕਿੱਲੇ ਦੇ 2 ਜਾਂ 3 4 ਬਣ ਗਏ ਹੋਣਗੇ। ਪਰ ਜੇ ਤੁਹਾਡੀ ਪੋਜੀਸ਼ਨ ਸਪਸ਼ਟ ਹੋਵੇ ਕਿ ਕਾਰਪੋਰੇਟ ਸਾਡਾ ਦੁਸ਼ਮਣ ਆ, ਵੀ ਇਹਨੂੰ ਜ਼ਮੀਨ ਨਹੀਂ ਅਸੀਂ ਦੇਣੀ, ਭਾਵੇਂ ਜੇ ਸਾਡਾ ਕਿੱਲਾ 50 ਲੱਖ ਦਾ ਭਾਵੇਂ ਕਰੋੜ ਦਿੰਦਾ ਹੋਵੇ, ਅਸੀਂ ਨਹੀਂ ਦੇਣੀ। ਬਤੌਰ ਖਾਸ ਤੌਰ ਤੇ ਕੋਈ ਕਿਸਾਨ ਲੀਡਰ ਜਿਹੜਾ ਮਤਲਬ ਕਿ ਦੇਸ਼ ਭਰ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਭਰਦਾ ਹੋਵੇ, ਉਹਨੂੰ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਅੱਛਾ, ਕਾਰਪੋਰੇਟ ਸੈਕਟਰ ਦਾ ਸਿਰਫ ਕਿਸਾਨੀ ਵਾਲੇ ਖੇਤਰ ਵਿੱਚ ਹੀ ਵਿਰੋਧ ਕਰਨਾ ਚਾਹੀਦਾ ਕਿ ਸਾਰੇ ਪਾਸੇ? ਕਿਉਂਕਿ ਜੇ ਅਸੀਂ ਗੱਡੀਆਂ 'ਚ ਵੀ ਘੁੰਮ ਰਹੇ ਹਾਂ, ਕਾਰਪੋਰੇਟ ਹੈ ਜੀ, ਘੜੀਆਂ ਪਾ ਰਹੇ ਹਾਂ, ਕਾਰਪੋਰੇਟ ਹੈ, ਕੱਪੜੇ, ਬੂਟ, ਜੋ ਕੁਝ ਵੀ ਅਸੀਂ ਇਸ ਵੇਲੇ ਵਰਤ ਰਹੇ ਹਾਂ ਘਰਾਂ ਦੇ ਵਿੱਚ ਵੀ ਤਕਰੀਬਨ ਕਾਰਪੋਰੇਟ ਸਾਨੂੰ ਦੇ ਰਿਹਾ ਹੈ, ਫਿਰ ਤਾਂ ਸਾਨੂੰ ਸਾਰੇ ਪਾਸੇ ਬਾਈਕਾਟ ਕਰਨਾ ਚਾਹੀਦਾ। ਬਿਲਕੁਲ, ਕਿਸਾਨ ਤਾਂ ਕਹਿ ਹੀ ਰਹੇ ਨੇ ਇਹ ਗੱਲ, ਠੀਕ ਹੈ ਨਾ। ਉਹ ਸਾਰਾ ਜਿਹੜਾ ਬਿਜ਼ਨਸ ਹੈ ਇਸ ਦੇਸ਼ ਦਾ, ਉਹ ਸਾਰਾ ਕਾਰਪੋਰੇਟ ਨੂੰ ਦੇਣ ਤੋਂ ਬਾਅਦ ਹੁਣ ਉਹ ਕਿਸਾਨਾਂ ਦੀ ਜ਼ਮੀਨਾਂ ਨੂੰ ਆ ਗਏ। ਮਤਲਬ ਜਿਹੜਾ ਇੱਕ ਮਸਲਾ ਜਿਹੜਾ, ਕਿਉਂਕਿ ਇਹ ਦੇਖੋ, ਤੁਸੀਂ ਗੱਡੀ ਬਿਨਾਂ ਸਾਰ ਲਓਗੇ, ਤੁਸੀਂ ਘੜੀ ਬੰਨੀ ਬਿਨਾਂ ਸਾਰ ਲਓਗੇ, ਤੁਸੀਂ ਕਾਰ ਦੀ ਥਾਂ ਤੇ ਮੋਟਰਸਾਈਕਲ ਦੇ ਸਫ਼ਰ ਕਰ ਲਓਗੇ, ਸਾਈਕਲ ਚਲਾ ਲਓਗੇ, ਰੋਟੀ ਖਾਦੇ ਬਿਨਾਂ ਤਾਂ ਨਹੀਂ ਨਾ ਸਾਰ ਸਕਦੇ। ਤਾਂ ਇਸ ਕਰਕੇ ਹੁਣ ਉਹ ਇੱਥੋਂ ਤੱਕ ਵੀ ਆ ਗਏ। ਉਹ ਸਾਰਾ ਕੁਝ ਜੇ ਅਸੀਂ ਉਹਨਾਂ ਨੂੰ ਉੱਥੇ ਰੋਕਿਆ ਹੁੰਦਾ ਪਹਿਲਾਂ, ਠੀਕ ਹੈ ਨਾ, ਜਿਹੜੇ ਸਾਰੇ ਜਿਹੜੇ ਬਿਜ਼ਨਸ ਦੀ ਤੁਸੀਂ ਗੱਲ ਕੀਤੀ ਹੈ, ਜੇ ਉੱਥੇ ਉਹਨਾਂ ਨੂੰ ਨੱਥ ਪਾਈ ਹੁੰਦੀ, ਦੇਸ਼ ਦੇ ਲੋਕ ਲੜੇ ਹੁੰਦੇ ਉਹਨਾਂ ਦੇ ਖਿਲਾਫ ਉੱਠ ਕੇ, ਤਾਂ ਅੱਜ ਉਹ ਕਿਸਾਨਾਂ ਤੱਕ ਨਾ ਆਉਂਦੇ ਜਾਂ ਉਹਨਾਂ ਦੀ ਰੋਟੀ ਤੱਕ ਨਾ ਆਉਂਦੇ। ਅੱਜ ਉਹ ਇਸ ਮੁਲਕ ਦੇ ਲੋਕਾਂ ਦੀ ਥਾਲੀ 'ਚ ਰੋਟੀ ਚੁੱਕਣ ਤੱਕ ਪਹੁੰਚ ਗਏ ਆ। ਸੋ ਇਸ ਕਰਕੇ ਜਿਹੜੀ ਉਹ ਲੜਾਈ ਤੋਂ ਅਸੀਂ ਖੁੰਝੇ ਆ, ਅੱਜ ਉਹਦਾ ਸਿਲਾ, ਚਲੋ ਅੱਜ ਲੜਾਈ ਚੱਲ ਰਹੀ, ਅੱਜ ਇਹ ਲੜਾਈ ਵੀ ਲੜ ਲਈਏ ਤੇ ਇਹ ਲੜਾਈ ਜਿੱਤਣ ਤੋਂ ਬਾਅਦ ਫਿਰ ਅਸੀਂ ਦੂਜੀ ਲੜਾਈ ਵਿੱਢ ਦਈਏ ਫਿਰ ਉਹਨਾਂ ਦੇ ਖਿਲਾਫ। ਕੇਂਦਰ ਸਰਕਾਰ ਨੇ ਇੱਕ ਮੇਡ ਇਨ ਇੰਡੀਆ ਦਾ ਨਾਰਾ ਦਿੱਤਾ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ, ਮੇਡ ਇਨ ਇੰਡੀਆ, ਮੇਕ ਇਨ ਇੰਡੀਆ ਦਾ, ਤਾਂ ਯਸ ਬਿਲਕੁਲ। ਤੇ ਤੁਹਾਨੂੰ ਲੱਗਦਾ ਹੈ ਵੀ ਦੇਸੀ ਜਿਹੜੀਆਂ ਚੀਜ਼ਾਂ ਨੇ,
ਚਲੋ ਕਾਰੋਬਾਰੀ ਸਾਡੇ ਆਪਣੇ ਦੇਸ਼ ਦੇ ਵੀ ਹੋ ਸਕਦੇ ਆ, ਹਰ ਇੱਕ ਬੰਦਾ ਕਾਰੋਬਾਰ ਸੈਟਅਪ ਨਹੀਂ ਕਰ ਸਕਦਾ, ਕੋਈ ਨਾ ਕਿਸੇ ਨੂੰ ਤਾਂ ਦੇਖੋ ਉੱਠਣਾ ਹੀ ਪੈਣਾ ਹੈ। ਤੇ ਉਹ ਜ਼ਰੂਰੀ ਹੈ ਵੀ ਵਿਦੇਸ਼ਾਂ ਨੂੰ ਛੱਡ ਕੇ ਅਸੀਂ ਆਪਣੇ ਜਿਹੜੇ ਘਰ ਦੇ ਸਾਡੇ ਵੀਰ ਨੇ, ਸਾਡੀ ਭੈਣਾਂ ਨੇ, ਅਸੀਂ ਉਹਨਾਂ ਦੇ ਕਾਰੋਬਾਰ ਦੇ ਨਾਲ ਜੁੜ ਕੇ ਅਸੀਂ ਕੰਮ ਕਰੀਏ। ਦੇਖੋ ਗੱਲ ਇਹ ਹੈ ਵੀ ਜਿਹੜਾ ਬਿਜ਼ਨਸ ਤਾਂ ਹੋਣਾ ਹੈ, ਇਹ ਠੀਕ ਹੈ ਗੱਲ, ਪਰ ਉਹ ਬਿਜ਼ਨਸ ਜਿਹੜੇ ਹੈਗੇ ਨੇ ਉਹਦਾ ਬਿਜ਼ਨਸ ਦੇ ਉੱਤੇ ਜਿਹੜੇ ਚੈੱਕ ਨੇ, ਜਿਹੜਾ ਮਤਲਬ ਕਿ ਉਹਦੇ ਤੇ ਕਾਨੂੰਨ ਆ ਜਿਹੜਾ, ਉਹਦਾ ਸਰਕਾਰ ਦਾ ਚੱਲਣਾ ਚਾਹੀਦਾ ਨਾ। ਹੁਣ ਮੰਨ ਲਓ ਕਿ ਦੁਨੀਆ ਦੇ ਵਿੱਚ ਦੂਜਾ ਵੈਸਟ ਜਿਹੜਾ ਹੈਗਾ ਉਹ ਮਤਲਬ ਕਿ ਇਕਨੋਮਿਕਲੀ ਵੈਲ ਮਤਲਬ ਕਿ ਐਸਟੈਬਲਿਸ਼ਡ ਜਿਹੜਾ ਹੈਗਾ ਆ ਵੈਸਟ ਦੀਆਂ ਜਿਹੜੀਆਂ ਕੰਟਰੀਜ਼ ਨੇ, ਜਿਹੜੀਆਂ ਅਮਰੀਕਾ, ਇੰਗਲੈਂਡ ਹੈ, ਜਾਪਾਨ, ਆਪਣੇ ਜਰਮਨੀ ਹੈ ਜਾਂ ਹੋਰ ਹੈ ਜਿਹੜਾ ਸਾਰਾ, ਜਾਂ ਏਸ਼ੀਆ ਦੇ ਵਿੱਚ ਜਾਪਾਨ ਹੈ, ਚਾਈਨਾ ਹੈਗਾ ਆ ਇੱਧਰ ਸਾਡੇ ਕੋਲ, ਇਹ ਐਗਜ਼ਾਮਪਲਾਂ ਹੈਗੀਆਂ। ਪਰ ਉਹਨਾਂ ਦੇ ਉੱਤੇ ਜਿਹੜਾ ਮਤਲਬ ਕਿ ਵੀ ਕਾਨੂੰਨ ਜਿਹੜੇ ਹੈਗੇ ਨੇ, ਉਹ ਬਿਜ਼ਨਸ ਦਾ ਜਿਹੜਾ ਢੰਗ ਤਰੀਕਾ ਜਿਹੜਾ ਹੈਗਾ ਆ, ਹੈ ਨਾ, ਵੀ ਤੁਸੀਂ ਕਿਹੜੇ ਭਾਅ ਦੇ ਉੱਤੇ ਜਿਹੜੀ ਚੀਜ਼ ਬਣਾ ਰਹੇ ਹੋ ਇੰਨੇ ਭਾਅ ਤੋਂ ਵੱਧ ਨਹੀਂ ਵੇਚ ਸਕਦੇ, ਜਿਹੜੀ ਤੁਸੀਂ ਲੇਬਰ ਰੱਖੋਗੇ ਉਹ ਲੇਬਰ ਜਿਹੜੀ ਹੈਗੀ ਤੁਸੀਂ ਇਦੋਂ ਘੱਟ ਤਨਖਾਹ 'ਤੇ ਬੰਦਾ ਨਹੀਂ ਰੱਖ ਸਕਦੇ, ਹੈ ਨਾ, ਜਾਂ ਇੰਡਸਟਰੀ ਜਿਹੜੀ ਹੈਗੀ ਉਹ ਵਾਤਾਵਰਨ ਚੈੱਕ, ਜਿਹੜਾ ਵਾਤਾਵਰਨ ਦੇ ਨੂੰ ਜਿਹੜੇ ਨੁਕਸਾਨ ਹੁੰਦੇ ਆ, ਪੋਲਿਊਸ਼ਨ, ਉਹਦੇ ਤੇ ਤੁਹਾਡੇ ਜਿਹੜੇ ਤੁਹਾਡੇ ਨੋਰਮ ਜਿਹੜੇ ਤੁਹਾਡੇ 'ਤੇ ਲਾਗੂ ਹੁੰਦੇ, ਉਹ ਸਾਡੇ ਦੇਸ਼ 'ਚ ਨਹੀਂ ਹੈਗੇ। ਚੈੱਕ ਹੋਣਾ, ਤੁਹਾਡਾ ਕਹਿਣਾ ਵੀ ਸਰਕਾਰੀ ਚੈੱਕ ਹੋਣਾ ਬੜਾ ਜ਼ਰੂਰੀ ਹੈ, ਸਰਕਾਰ ਦੀ ਇੰਟਰਫੇਰੈਂਸ ਬੜੀ ਜ਼ਰੂਰੀ ਹੈ, ਬਈ ਨਿੱਜੀ ਹੱਥਾਂ ਦੇ ਵਿੱਚ ਅਸਾਂ ਸਾਰਾ ਕੁਝ ਨਾ ਦੇ ਦੀ। ਸਰਕਾਰ ਬਿਜ਼ਨਸ ਤਾਂ ਪ੍ਰਾਈਵੇਟ ਹੋ ਸਕਦਾ ਹੋਵੇ, ਕੋਈ ਗੱਲ ਨਹੀਂ, ਬਿਜ਼ਨਸ ਦੇ ਢੰਗ ਤਰੀਕੇ ਨੇ, ਵੈਸੇ ਤਾਂ ਸਰਕਾਰ ਵੀ ਖੁਦ ਮਤਲਬ ਕਿ ਇੰਡਸਟਰੀਆਂ ਲਾ ਕੇ ਲੋਕਾਂ ਨੂੰ ਸਸਤੇ ਭਾਅ ਦੀ ਚੀਜ਼ਾਂ ਬਣਾ ਕੇ ਦੇ ਸਕਦੀ ਹੈ। ਇੱਕ ਮਾਡਲ ਇਹ ਵੀ ਹੋ ਸਕਦਾ ਹੈ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਮਾਡਲ ਦੁਨੀਆ ਦੇ ਵਿੱਚ ਹੈਗੇ ਆ, ਮਤਲਬ ਕਿ ਨਿੱਜੀ ਤੇ ਸਰਕਾਰੀ ਸਾਂਝੀ ਮਤਲਬ ਕਿ ਭਾਈਵਾਲੀ ਨਾਲ, ਠੀਕ ਹੈ ਨਾ। ਔਰ ਤੀਸਰਾ ਚਲੋ ਪ੍ਰਾਈਵੇਟ ਵੀ ਤਾਂ ਤੁਸੀਂ ਮੰਨ ਲਓ, ਪਰ ਉਹਦੇ ਉੱਤੇ ਜਿਹੜਾ ਰੂਲ ਰੈਗੂਲੇਸ਼ਨ ਜਿਹੜਾ ਹੈਗਾ ਆ ਉਹ ਸਰਕਾਰ ਦਾ ਚੱਲਣਾ ਚਾਹੀਦਾ, ਜਿਹੜਾ ਕਿ ਇਸ ਮੁਲਕ 'ਚ ਨਹੀਂ ਹੈਗਾ। ਇਹ ਅੱਛਾ, ਮੇਰਾ ਆਖਰੀ ਸਵਾਲ, ਜਿਹੜੇ ਲੋਕ ਅਧੂਰੀ ਜਿੱਤ ਵੱਲ ਨੂੰ ਇਸ ਮੋਰਚੇ ਨੂੰ ਲੈ ਕੇ ਜਾ ਰਹੇ ਨੇ, ਮੈਂ ਨਾਮ ਨਹੀਂ ਲਾਂਗਾ, ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ, ਉਹਨਾਂ ਲੋਕਾਂ ਦੇ ਲਈ ਕੋਈ ਸੁਨੇਹਾ? ਦੇਖੋ, ਇਸ ਤਾਂ ਸਮੁੱਚੀ ਕਿਸਾਨ ਲੀਡਰਸ਼ਿਪ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਹੈ, ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ, ਔਰ ਖਾਸ ਕਰਕੇ ਉਸ ਹਿੱਸੇ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਇਸ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਵਿਚਲਾ ਉਹ ਹਿੱਸਾ ਜਿਹਨੇ 26 ਨਵੰਬਰ ਨੂੰ ਦਿੱਲੀ ਨਾ ਜਾਣ ਵਾਲੀ ਲੀਡਰਸ਼ਿਪ ਨੂੰ ਨਕਾਰ ਕੇ, ਪਛਾੜ ਕੇ ਲੋਕਾਂ ਦੀ, ਕਿਸਾਨਾਂ ਦੀ ਅਗਵਾਈ ਕੀਤੀ, ਉਹ ਅੱਗੇ ਲੱਗ ਕੇ ਲੋਕਾਂ ਨੂੰ ਦਿੱਲੀ ਲੈ ਕੇ ਗਏ, ਉਹ ਸਾਰੀ ਜਿਹੜੀ ਧਿਰ ਹੈ ਅੱਜ ਉਹ ਪਛੜੀ ਹੋਈ ਹੈ। ਉਦੋਂ ਉਹ ਧਿਰ ਪਛੜ ਗਈ ਸੀ ਜਿਹੜੀ ਕਹਿੰਦੀ ਹਰਿਆਣੇ ਦੇ ਬਾਰਡਰਾਂ ਤੇ ਬਹਿਣਾ, ਹੈ ਨਾ, ਤੇ ਜਿਹੜੀ ਧਿਰ ਦਿੱਲੀ ਲੈ ਕੇ ਜਾਣਾ ਚਾਹੁੰਦੀ ਸੀ, ਕਿਸਾਨ ਧਿਰ, ਸੰਯੁਕਤ ਕਿਸਾਨ ਮੋਰਚੇ ਵਿਚਲੀ ਧਿਰ ਜਿਹੜੀ ਦਿੱਲੀ ਲੈ ਕੇ ਜਾਣ ਦੀ ਹਾਮੀ ਸੀ, ਤੇ ਉਹ ਲੱਗੀ ਲੋਕਾਂ ਦੇ ਅੱਗੇ। ਇਹ ਸਾਰੇ 10 ਮਹੀਨਿਆਂ ਦੇ ਵਿੱਚ ਉਲਟਾ ਹੋ ਗਿਆ ਸਾਰਾ ਕੁਝ, ਉਹ ਧਿਰ ਪਛੜ ਗਈ ਤੇ ਜਿਹੜੀ ਧਿਰ ਉਦੋਂ ਦਿੱਲੀ ਲੈ ਕੇ ਨਹੀਂ ਸੀ ਜਾਣਾ ਚਾਹੁੰਦੀ ਉਹ ਉੱਪਰ ਆ ਗਈ, ਔਰ ਇਹ ਕੰਮ ਕੀਤਾ ਗਿਆ, ਐਵੇਂ ਨਹੀਂ ਹੋਇਆ। ਤਾਂ ਸਾਰਾ ਕੁਝ ਤੁਹਾਨੂੰ ਸਾਫ਼ ਨਜ਼ਰ ਆ ਰਿਹਾ। ਔਰ ਜਿਹੜੀ ਉਹ ਧਿਰ ਹੈ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ, ਆਪਣੀ ਤਾਕਤ ਨੂੰ ਪਛਾਣਨ, ਉਹ ਮਜ਼ਬੂਤ ਹੋਣ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹ ਧਿਰ ਦੁਬਾਰਾ ਰਿਵਾਈਜ਼ ਹੋਵੇ, ਉਹ ਮੂਹਰੇ ਆਵੇ ਤੇ ਮੋਰਚੇ ਦੀ ਲੋੜ ਤੇ ਸਮਰੱਥਾ ਦੇ ਮੁਤਾਬਕ ਲੜਿਆ ਜਾਵੇ। ਬਿਲਕੁਲ, ਮੋਰਚੇ ਦੀ ਲੋੜ ਤੇ ਸਮਰੱਥਾ ਮੁਤਾਬਕ ਲੜਿਆ ਜਾਵੇ। ਬਾਪੂ ਜੀ, ਵੈਸੇ ਤਾਂ ਆਖਰੀ ਸਵਾਲ ਸੀ, ਲੇਕਿਨ ਮੈਨੂੰ ਧਿਆਨ 'ਚ ਆਇਆ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਵੀ, ਮੁਲਾਕਾਤ ਕਰਕੇ ਆਏ ਨੇ ਅਮਿਤ ਸ਼ਾਹ ਦੇ ਨਾਲ, ਅਜੀ ਡੋਵਾਲ ਵਾਲੀ ਮੁਲਾਕਾਤ ਹੋਈ ਹੈ, ਕਿ ਆਸ ਰਹੀਆਂ ਨੇ ਕਿ ਹੋ ਸਕਦਾ ਹੈ ਰਾਜ ਸਭਾ ਦੇ ਰਾਹੀਂ ਖੇਤੀਬਾੜੀ ਮੰਤਰੀ ਕੈਪਟਨ ਸਾਹਿਬ ਬਣ ਜਾਣ, ਤੇ ਜਿਹੜੇ ਇਹ ਕਾਨੂੰਨ ਨੇ ਇਹਨਾਂ ਬਾਰੇ ਕੇਂਦਰ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਕਿਉਂਕਿ ਜੇ ਤਾਂ ਮੋਦੀ ਦੀ ਅਪਰੋਚ ਜਿਹੜੀ ਹੈਗੀ ਹੈ ਵੀ 70 ਸਾਲ ਤੋਂ ਬਾਅਦ ਕੋਈ ਵੀ ਬੰਦਾ ਐਕਟਿਵ ਪੋਲਿਟਿਕਸ 'ਚ ਨਹੀਂ ਰਹਿਣਾ ਚਾਹੀਦਾ, ਫਿਰ ਤੇ ਕੈਪਟਨ ਸਾਹਿਬ ਲਈ ਕੋਈ ਗੁੰਜਾਇਸ਼ ਨਹੀਂ। ਤੁਸੀਂ ਪਹਿਲਾਂ ਹੀ ਪਤਾ ਕੱਟ ਦਿਓ ਕੈਪਟਨ ਸਾਹਿਬ ਦਾ, ਇਹ ਕੱਟਿਆ ਹੀ ਹੋਇਆ। ਫਿਰ ਜੇ ਕੈਪਟਨ ਸਾਹਿਬ ਬਣਦੇ ਆ ਤੇ ਫਿਰ ਤਾਂ ਉਹ ਲੈਣ ਲੱਗ ਜਾਏਗੀ ਅਡਵਾਨੀਆਂ ਦੀ, ਉੱਥੇ ਅਡਵਾਨੀ ਬੈਠਾ ਹੈ। ਵੈਸੇ ਬਾਪੂ ਜੀ ਨੇ ਨਾ ਘਰ ਵਸਣ ਤੋਂ ਪਹਿਲਾਂ ਹੀ ਉਜਾੜਤਾ, ਹਾਲੇ ਸੁਪਨੇ ਹੀ ਲੈ ਰਹੇ ਹੋਣਗੇ ਕੈਪਟਨ ਸਾਹਿਬ ਸ਼ਾਇਦ, ਤੇ ਬਾਪੂ ਜੀ ਨੇ ਪਹਿਲਾਂ ਹੀ ਯਾਦ ਕਰਾਤਾ 70 ਸਾਲ ਤੋਂ ਉੱਤੇ ਵਾਲਾ ਬੰਦਾ ਕੈਬਨਿਟ 'ਚ ਨਹੀਂ ਹੋਣਾ ਚਾਹੀਦਾ। ਨਹੀਂ, ਇਹ ਸਹੀ ਨਹੀਂ ਹੈਗੀ ਗੱਲ, ਸਹੀ ਹੈ ਗੱਲ ਮੋਦੀ ਦੀ। ਤੇ ਜੇ ਫਿਰ ਆਪਾਂ ਇਸ ਤੋਂ ਬਾਅਦ ਵੀ ਇਹ ਉਮੀਦ ਕਰੀਏ ਤਾਂ ਫਿਰ ਆਪਾਂ ਨੂੰ ਆਪਣੀ ਥੋੜਾ ਸਮਝ ਰਿਵਾਈਵ ਕਰ ਲੈਣੀ ਚਾਹੀਦੀ ਹੈ। ਇਸ ਲਈ ਕੈਪਟਨ ਸਾਹਿਬ ਦੀ ਕੋਈ ਇਹੋ ਜਿਹੀ ਸੰਭਾਵਨਾ ਨਹੀਂ, ਵਿਚੋਲਗਿਰੀ ਕਰ ਸਕਦੇ ਨੇ, ਖੇਤਰੀ ਪਾਰਟੀ ਬਣਵਾ ਸਕਦੇ ਨੇ ਉਹਨਾਂ ਤੋਂ ਪੰਜਾਬ 'ਚ, ਜਿਹਦੇ ਤੇ 70 ਸਾਲ ਦੀ ਕੋਈ ਹੋਵੇ ਨਾ, ਬੰਦਸ਼ ਨਾ ਹੋਵੇ, ਉਸ ਹਿਸਾਬ ਨਾਲ ਉਹਨਾਂ ਦਾ ਇਸਤੇਮਾਲ ਕਰ ਸਕਦੇ ਨੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਵੱਡਾ ਸਵਾਲ ਇਹ ਹੈ ਵੀ ਮੋਰਚੇ ਨੂੰ ਕੀ ਅਧੂਰੀ ਜਿੱਤ ਮਿਲੇਗੀ ਜਾਂ ਫਿਰ ਮੁਕੰਮਲ ਜਿੱਤ ਮਿਲੇਗੀ, ਤੇ ਮੁਕੰਮਲ ਜਿੱਤ ਤੇ ਅਧੂਰੀ ਜਿੱਤ ਤੇ ਮਾਇਨੇ ਕੀ ਹੋਣਗੇ, ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।